ਵੀਡੀਓ ਦੇਖ ਰਹੇ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਲਾਜ਼ ਆਫ ਥਰਮੋਡਾਇਨਮਿਕਸ ਦੇ ਵਿੱਚੋਂ ਸੈਕੰਡ ਲਾ ਆਫ ਥਰਮੋਡਾਇਨਮਿਕਸ ਦੇ ਬਾਰੇ। ਸੈਕੰਡ ਲਾ ਆਫ ਜੋ ਥਰਮੋਡਾਇਨਮਿਕਸ ਹੈ ਇਸ ਦੀਆਂ ਬਹੁਤ ਸਾਰੇ ਸਾਇੰਟਿਸਟ ਨੇ ਅਲੱਗ-ਅਲੱਗ ਸਟੇਟਮੈਂਟਸ ਦਿੱਤੀਆਂ ਉਹਨਾਂ ਦੀਆਂ ਆਬਜ਼ਰਵੇਸ਼ਨਸ ਦੇ ਅਕੋਰਡਿੰਗਲੀ। ਜੋ ਦੋ ਕਾਮਨ ਸਟੇਟਮੈਂਟਸ ਨੇ ਜੋ ਕਿ ਹੁਣ ਤੱਕ ਪ੍ਰਚਲਿਤ ਨੇ ਉਹ ਹੈਗੀਆਂ ਨੇ ਕਲੌਸੀਅਸ ਸਟੇਟਮੈਂਟ ਐਂਡ ਕੈਲਵਿਨ ਪਲੈਂਕ ਸਟੇਟਮੈਂਟ। ਅੱਜ ਇਹਨਾਂ ਦੇ ਬਾਰੇ ਇਸ ਵੀਡੀਓ ਦੇ ਵਿੱਚ ਥੋੜੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਲੌਸੀਅਸ ਸਟੇਟਮੈਂਟ ਦੇ ਬਾਰੇ। ਸੋ ਕਲੌਸੀਅਸ ਸਟੇਟਮੈਂਟ ਕੀ ਕਹਿੰਦੀ ਹੈ? ਹੀਟ ਫਲੋਜ਼ ਫਰੋਮ ਅ ਹੌਟ ਬੋਡੀ ਟੂ ਅ ਕੋਲਡ ਬੋਡੀ ਅਨਏਡਿਡ ਬਟ it cannot flow from a cold body to a hot body without the aid of external work। ਕੀ ਮਤਲਬ ਹੈ ਜੀ ਇਹਦਾ ਕਿ ਕਿਸੇ ਵੀ ਸਿਸਟਮ ਦੇ ਅੰਦਰ ਜਦੋਂ ਹੀਟ ਮੂਵ ਕਰਦੀ ਆ ਹੌਟ ਬੋਡੀ ਟੂ ਕੋਲਡ ਬੋਡੀ ਤਾਂ ਉਸ ਨੂੰ ਕਿਸੇ ਤਰ੍ਹਾਂ ਦਾ ਕੁਝ ਐਕਸਟਰਨਲ ਸੋਰਸ ਮੂਵ ਕਰਵਾਉਣ ਦੇ ਲਈ ਨਹੀਂ ਦੇਣਾ ਪੈਂਦਾ, ਉਹ ਅਨਏਡਿਡ ਹੀ ਆਪਣੇ ਆਪ ਫਲੋ ਹੋਣ ਲੱਗ ਜਾਂਦੀ ਹੈ ਸਿਸਟਮ ਦੇ ਅੰਦਰ। ਬਟ ਜਦੋਂ ਉਹੀ ਹੀਟ ਅਸੀਂ ਕੋਲਡ ਬੋਡੀ ਤੋਂ ਹੌਟ ਬੋਡੀ ਵੱਲ ਨੂੰ ਮੂਵ ਕਰਵਾਉਣੀ ਹੁੰਦੀ ਹੈ ਤਾਂ ਉਸ ਦੇ ਲਈ ਸਾਨੂੰ ਕੁਝ ਐਕਸਟਰਨਲ ਵਰਕ ਉਸ ਸਿਸਟਮ ਦੇ ਉੱਤੇ ਕਰਨਾ ਪੈਂਦਾ, ਵਰਕ ਇਨਪੁਟ ਕੁਝ ਸਾਨੂੰ ਦੇਣੀ ਪੈਂਦੀ ਹੈ। ਆਓ ਇਸੇ ਹੀ ਚੀਜ਼ ਨੂੰ ਅਸੀਂ ਹੁਣ ਇੱਕ ਬਲੌਕ ਡਾਇਗਰਾਮ ਦੀ ਹੈਲਪ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰੀਏ। ਤੁਸੀਂ ਸਾਹਮਣੇ ਇੱਕ ਬਲੌਕ ਡਾਇਗਰਾਮ ਨਜ਼ਰ ਆ ਰਿਹਾ ਤੁਹਾਨੂੰ, ਦੇਖ ਪਾ ਰਹੇ ਹੋ। ਸੋ ਇਸ ਬਲੌਕ ਡਾਇਗਰਾਮ ਦੇ ਵਿੱਚ ਅਸੀਂ ਦੋ ਰੈਜ਼ਰਵਾਇਰਸ ਲਏ ਨੇ ਜਿਸ ਨੂੰ ਅਸੀਂ ਹੌਟ ਰੈਜ਼ਰਵਾਇਰ ਤੇ ਕੋਲਡ ਰੈਜ਼ਰਵਾਇਰ ਕਿਹਾ। ਜੋ ਹੌਟ ਰੈਜ਼ਰਵਾਇਰ ਹੈ ਉਸ ਨੂੰ ਅਸੀਂ T1 ਟੈਂਪਰੇਚਰ 'ਤੇ ਰੱਖਿਆ ਐਂਡ ਕੋਲਡ ਰੈਜ਼ਰਵਾਇਰ ਨੂੰ ਅਸੀਂ T2 ਟੈਂਪਰੇਚਰ 'ਤੇ ਰੱਖਿਆ। ਸੋ ਇਸ ਜਗ੍ਹਾ 'ਤੇ ਜੋ ਹੌਟ ਰੈਜ਼ਰਵਾਇਰ ਹੈ ਇਸ ਦਾ ਜੋ ਟੈਂਪਰੇਚਰ ਹੋਊਗਾ ਬਹੁਤ ਜ਼ਿਆਦਾ ਹੋਊਗਾ ਔਰ T2 ਟੈਂਪਰੇਚਰ ਜੋ ਹੈ ਉਹ ਬਹੁਤ ਘੱਟ ਹੋਊਗਾ। ਹੁਣ ਕਹਿਣ ਦਾ ਮਤਲਬ ਅਗਰ ਅਸੀਂ ਫਸਟ ਸਟੈਪ ਦੇ ਅਕੋਰਡਿੰਗਲੀ ਗੱਲ ਕਰੀਏ ਕਿ ਜਦੋਂ ਅਸੀਂ ਕਿਸੇ ਹੌਟ ਬੋਡੀ ਸੋਰਸ ਤੋਂ ਹੀਟ ਸਿੰਕ 'ਤੇ ਭੇਜਣੀ ਹੋਵੇ ਤਾਂ ਸਾਨੂੰ ਕਿਸੇ ਵੀ ਇੰਟਰਮੀਡੀਏਟ ਪੰਪ ਦੀ ਲੋੜ ਨਹੀਂ ਪੈਂਦੀ ਜੋ ਕਿ ਸਾਨੂੰ ਕੁਝ ਵਰਕ ਇਨਪੁਟ ਦੇਣ 'ਤੇ ਇੱਥੋਂ ਸੋਰਸ ਤੋਂ ਹੀਟ ਸਿੰਕ 'ਤੇ ਪਹੁੰਚਾਵੇ। ਅਨਏਡਿਡ ਸਾਡੀ ਜੋ ਹੀਟ ਹੈ ਉਹ ਸੋਰਸ ਤੋਂ ਸਿੰਕ ਪਹੁੰਚ ਸਕਦੀ ਹੈ। ਬਟ ਆਪੋਜ਼ਿਟ ਵੇ ਦੇ ਵਿੱਚ ਹੁਣ ਗੱਲ ਕਰ ਰਿਹਾ ਕਿ ਜਦੋਂ ਅਸੀਂ ਕੋਲਡ ਰੈਜ਼ਰਵਾਇਰ ਸਿੰਕ ਤੋਂ ਹੁਣ ਹੀਟ ਇਸ ਪੁੱਠੇ ਪਾਸੇ ਨੂੰ ਭੇਜਣੀ ਹੋਵੇ ਤਾਂ ਇਸ ਦੌਰਾਨ ਸਾਡੀ ਹੀਟ ਆਪਣੇ ਆਪ ਮੂਵ ਹੁਣ ਨਹੀਂ ਕਰੂਗੀ, ਉਹਦੇ ਲਈ ਸਾਨੂੰ ਕੁਝ ਵਰਕ ਇਨਪੁਟ ਦੇਣਾ ਪਊਗਾ, ਕੁਝ ਪੰਪ ਦਾ ਯੂਜ਼ ਕਰਨਾ ਪਊਗਾ, ਕਿਸੇ ਕੰਪਰੈਸਰ ਦਾ ਯੂਜ਼ ਕਰਨਾ ਪਊਗਾ ਉਸ ਸਿਸਟਮ ਦੇ ਅੰਦਰ ਹੀਟ ਨੂੰ ਕੋਲਡ ਰੈਜ਼ਰਵਾਇਰ ਤੋਂ ਹੌਟ ਰੈਜ਼ਰਵਾਇਰ ਤੱਕ ਲੈ ਕੇ ਜਾਣ ਲਈ। ਸੋ ਇਸ ਸਿਸਟਮ ਦੇ ਅੰਦਰ ਜੋ ਅਸੀਂ ਇਸ ਜਗ੍ਹਾ 'ਤੇ ਹੁਣ ਪੰਪ ਯੂਜ਼ ਕੀਤਾ ਹੋਇਆ ਹੈ, ਇਸ ਜਗ੍ਹਾ 'ਤੇ ਜੋ ਸਾਡਾ ਵਰਕ ਇਨਪੁਟ ਹੋਊਗਾ ਉਹ ਕੀ ਹੋਊਗਾ ਕਿ ਜਿੰਨੀ ਅਮਾਊਂਟ ਦੀ ਹੀਟ ਅਸੀਂ ਕੋਲਡ ਰੈਜ਼ਰਵਾਇਰ ਤੋਂ ਪੰਪ 'ਤੇ ਗਈ, ਪੰਪ ਤੋਂ ਜਿੰਨੀ ਅਮਾਊਂਟ ਦੀ ਹੀਟ ਸਾਡੀ ਹੌਟ ਰੈਜ਼ਰਵਾਇਰ 'ਤੇ ਗਈ, ਇਹਨਾਂ ਦੋਨਾਂ ਦਾ ਡਿਫਰੈਂਸ ਕਿ Q1 ਅਮਾਊਂਟ ਦੀ ਹੀਟ ਦੇ ਵਿੱਚੋਂ ਅਗਰ ਮੈਂ Q2 ਅਮਾਊਂਟ ਦੀ ਹੀਟ ਨੂੰ ਮਾਈਨਸ ਕਰਦਾ ਜੋ ਮੇਰੇ ਕੋਲ ਵਰਕ ਇਨਪੁਟ ਆਇਆ ਉਹਨਾਂ ਸਾਨੂੰ ਵਰਕ ਇਨਪੁਟ ਦੇਣਾ ਪਊਗਾ ਉਸ ਸਿਸਟਮ ਨੂੰ ਹੀਟ ਨੂੰ ਮੂਵ ਕਰਵਾਉਣ ਦੇ ਲਈ। ਸੋ ਨੈਕਸਟ ਇਹਦੇ ਕੁਝ ਕਨਕਲੂਜ਼ਨਸ ਨੇ। ਕੀ ਕਹਿੰਦਾ ਜੀ? ਫਿਗਰ ਸ਼ੋਜ਼ ਦੈਟ source is at temperature T1 and sink is at the temperature T2 ਜਿਵੇਂ ਕਿ ਅਸੀਂ ਡਾਇਗਰਾਮ ਦੇ ਵਿੱਚ ਦੇਖਿਆ। As the temperature of the source T1 is greater than the temperature of the sink T2, ਇਹ ਵੀ ਅਸੀਂ ਚੀਜ਼ ਦੇਖਿਆ ਕਿ ਜੋ T1 ਦਾ ਟੈਂਪਰੇਚਰ ਹੈ ਉਹ ਸਾਡਾ ਜ਼ਿਆਦਾ ਹੈ ਐਂਡ T2 ਦੇ ਨਾਲੋਂ। Therefore, the heat cannot flow from the sink to source without the aid of external agency like heat pump, which takes the mechanical work to deliver the heat continuously from the sink to source। ਹੁਣ ਇਹਦੇ ਵਿੱਚ ਵੀ ਉਹੀ ਚੀਜ਼ ਦੱਸ ਰਿਹਾ ਕਿ ਸਿੰਕ ਤੋਂ ਸੋਰਸ ਤੱਕ ਹੀਟ ਲਿਜਾਣ ਦੇ ਲਈ ਸਾਨੂੰ ਕੁਝ ਨਾ ਕੁਝ ਵਰਕ ਇਨਪੁਟ ਦੇਣਾ ਪਊਗਾ। ਨੈਕਸਟ ਇਸੇ ਹੀ ਵੀਡੀਓ ਦੇ ਵਿੱਚ ਗੱਲ ਕਰਨ ਜਾ ਰਹੇ ਹਾਂ ਜੀ ਸੈਕਿੰਡ ਸਟੇਟਮੈਂਟ ਦੇ ਬਾਰੇ ਕਿ ਸੈਕਿੰਡ ਲਾ ਆਫ ਥਰਮੋਡਾਇਨਮਿਕਸ ਦੇ ਵਿੱਚ ਜੋ ਕੈਲਵਿਨ ਪਲੈਂਕ ਸਟੇਟਮੈਂਟ ਹੈ ਉਹ ਕੀ ਕਹਿੰਦੀ ਹੈ? ਇਟ ਇਜ਼ ਇੰਪੋਸੀਬਲ ਟੂ ਕੰਸਟਰਕਟ ਐਨ ਇੰਜਨ ਵਰਕਿੰਗ ਔਨ a cyclic process whose sole purpose is to convert all the heat energy supplied to it to an equivalent amount of mechanical work। ਕੀ ਮਤਲਬ ਹੈ ਇਹਦਾ ਕਿ ਇਹ ਇੰਪੋਸੀਬਲ ਹੈ ਕਿ ਅਸੀਂ ਕੁਝ ਇਸ ਤਰ੍ਹਾਂ ਦਾ ਇੰਜਨ ਬਣਾਈਏ ਜੋ ਕਿ ਵਰਕ ਕਰਦਾ ਹੋਵੇ ਇੱਕ ਸਾਈਕਲਿਕ ਪ੍ਰੋਸੈਸ ਦੇ ਉੱਤੇ ਔਰ ਉਸ ਦਾ ਸੋਲ ਪਰਪਸ ਹੋਵੇ ਕਿ ਉਹ ਕੰਪਲੀਟਲੀ ਜੋ ਇਨਪੁਟ ਦਿੱਤੀ ਗਈ ਆ ਹੀਟ એનર્ਜੀ ਉਸ ਨੂੰ ਅਸੀਂ ਇਕੁਅਲੈਂਟ ਅਮਾਊਂਟ ਦੇ ਵਰਕ ਡਨ ਦੇ ਵਿੱਚ ਕਨਵਰਟ ਕਰ ਪਾਈਏ।
कि जिमें कि असी फर्स्ट ला ऑफ थर्मोडायनमिक्स दे विच पढ़िया सी कि हीट ते वर्क जो है वो दोनों ही इंटरकनवर्टिएबल ने और जो कैल्विन प्लैंक स्टेटमेंट है ये इस चीज़ को नकारती है, इस चीज़ का सख्त विरोध करती है कि कोई भी अज तक इस तरह का कोई आइडल इंजन नहीं बनया। आइडल हो सकता पर रियलिटी दे विच कोई इस तरह का इंजन नहीं बनया कि जिस दा सोल परपस होवे कि जिन्नी उसनों हीट सप्लाई की गई है उन्नी ही अमाउंट का वो वर्क आउटपुट सानू दे सके। और actual engine in cyclic process can convert all the heat energy supplied to it into mechanical work। ਜਾਂ ਫਿਰ ਇਸ ਨੂੰ ਅਸੀਂ ਦੂਸਰੇ ਤਰੀਕੇ ਦੇ ਨਾਲ ਕਹਿ ਸਕਦੇ ਹਾਂ ਕਿ ਕੋਈ ਵੀ ਇੰਜਨ ਸਾਈਕਲਿਕ ਪ੍ਰੋਸੈਸ ਦੇ ਉੱਤੇ ਕੰਮ ਕਰਨ ਵਾਲਾ ਕੋਈ ਇਸ ਤਰ੍ਹਾਂ ਦਾ ਨਹੀਂ ਬਣਿਆ ਜੋ ਕਿ ਟੋਟਲ ਹੀਟ ਸਪਲਾਈਡ ਨੂੰ ਟੋਟਲ ਮਕੈਨੀਕਲ ਵਰਕ ਦੇ ਵਿੱਚ ਕਨਵਰਟ ਕਰ ਸਕੇ। ਕੀ ਮਤਲਬ ਹੈ ਇਹਦਾ ਹੁਣ? ਇਟ ਮੀਨਸ ਦੈਟ ਸਮ ਆਫ ਦਾ ਹੀਟ એનર્ਜੀ ਮਸਟ ਬੀ ਲੌਸਟ ਟੂ ਦ ਸਰਾਊਂਡਿੰਗਸ कि जिन्नी हीट असी सप्लाई की है उस सिस्टम नूं उहदा कुछ पार्ट जो है वो सराउंडिंग्स दे विच लॉस आउट हो जाता जिस दे करके सानू 100% एफिशिएंसी किसी इंजन की नहीं मिल सकती, किसी सिस्टम की नहीं मिल सकती। एक्चुअली only a small part of the heat supplied to the engine is converted into the work while large part of the heat is lost to the surroundings। की कहता कि एक्चुअली हुंदा की है जिन्ने भी इंजनस ने जिन्ने भी सिस्टम्स अज तक बने ने वो की करते हैं जिन्नी हीट उन्होंने सप्लाई की गई सिर्फ उसका कुछ पार्ट ही असल दे विच वर्क दे विच कन्वर्ट हो पाउंदा, बाकी सारे का सारा हीट की फॉर्म दे विच सराउंडिंग्स नूं लॉस आउट हो जाता। हुण नैक्सट गल कर रहा दस इन अ 100% एफिशिएंट इंजन कि अगर कोई इंजन जिमें कि कोई आइडल इंजन है जो कि 100% एफिशिएंसी दे रहा जिसके अंदर असी जो इनपुट दिता सानू उन्नी ही अमाउंट की आउटपुट मिल रही है। सो वो एफिशिएंसी साडे कोल की होगी W/Q × 100। ये एफिशिएंसी तक कैलकुलेट करने का फॉर्मूला है। सो इस जगह पर असी देखा कि जो वर्क ते हीट दोनों ही इक्वलेंट होणगे तो Q नूं असी W लिख सकते हैं, W नूं असी Q लिख सकते हैं। तो Q/Q × 100 तो Q ना Q कैंसल आउट हो गया, बचा साडे कोल 100%। भी किसी भी सिस्टम की जदों एफिशिएंसी 100% होवे इट इज़ नॉट पॉसीबल। इसनों असी डायग्राम दे विच शो करने की कोशिश की है। फिगर नंबर A जो है साडा नैक्सट असी देखांगे कि उस दे विच ये चीज़ शो कर रहा कि सैकेंड स्टेटमेंट के अकॉर्डिंगली जदों कोई भी इंजन 100% एफिशिएंसी दे रहा ये पॉसीबल नहीं हो सकता। हुण इत्थे जो असी चीज़ दिखाई है कि एक साडा हॉट रेजरवायर है जिसनों असी सोर्स किया, सैकेंड साडा कोल्ड रेजरवायर है सिंक। हुण की कहंदा इहदा मतलब कहण दा की है कि जदों किसी सिस्टम तो असी इनपुट दिती जिन्नी भी अमाउंट की हीट असी इंजन नूं सप्लाई की टोटल दी टोटल वर्क आउटपुट दे विच सानू मिल गई बट वो चीज़ सराउंडिंग दे उत्ते नहीं गई तो इस सिस्टम की जो एफिशिएंसी होगी वो 100% होगी जो कि कह रहा नॉट पॉसीबल कि ये चीज़ पॉसीबल कदे भी नहीं हो सकती। और सैकेंड B जो डायग्राम है वो असी देख रहे हैं कि एक्चुअल दे विच जो सिस्टम होएगा या जो एक्चुअल दे विच इंजन साडा हुंदा है वो किस तरह हुंदा कि जिन्नी भी अमाउंट दी असी हीट सिस्टम नूं दित्ती उस सिस्टम तो कुछ सराउंडिंग दे विच चलेगी और कुछ सानू वर्क आउटपुट मिलिया। सो इस नूं रिप्रजेंट करता होया इस सैकेंड B जो ब्लॉक डायग्राम है ये शो कर रहा हॉट रेजरवायर सोर्स साडा T1 टैंपरेचर ते पिया, इत्थों कुछ अमाउंट की हीट असी सिस्टम नूं दित्ती और कुछ सिस्टम दे विचों असी सिंक ते भेजती या जिन्हों असी कोल्ड रेजरवायर या सराउंडिंग कह सकते हैं। सराउंडिंग ते हीट कुछ चलेगी T2 टैंपरेचर के उत्ते और इन्हां दोनों का जो डिफरेंस होगा Q1 - Q2 वो अमाउंट का सानू वर्क इत्थे मिलूगा। कंप्लीटली वर्क सानू नहीं मिलूगा एज पर ए फिगर। ये चीज़ कभी भी पॉसीबल नहीं है, हमेशा ये चीज़ पॉसीबल है। नैक्सट इसे ही चीज़ को असी हुण रिटन फॉर्म दे विच देखते हैं। कहता जी फिगर B शोज़ द पॉसीबल इंजन इन विच हीट इज़ सप्लाइड from the hot source and a part of heat is rejected to the cold reservoir or sink and work done is equal to the difference of the heat supplied and rejected।
ਜੋ ਕਿ ਚੀਜ਼ ਅਸੀਂ ਹੁਣੇ ਬਲੌਕ ਡਾਇਗਰਾਮ ਦੇ ਵਿੱਚ ਦੇਖੀ ਸੀ ਉਹਨੂੰ ਹੀ ਸ਼ਬਦਾਂ ਦੇ ਫਾਰਮ ਦੇ ਵਿੱਚ ਅਸੀਂ ਇੱਥੇ ਨੋਟ ਕੀਤਾ। ਨੈਕਸਟ ਉਹ ਗੱਲ ਕਰ ਰਿਹਾ, ਕਹਿੰਦਾ ਦ ਰੇਸ਼ੀਓ ਆਫ ਦ ਵਰਕ ਟੂ ਦ ਹੀਟ ਸਪਲਾਈਡ ਇਜ਼ ਨੋਨ ਐਜ਼ ਐਫੀਸ਼ੀਐਂਸੀ ਆਫ ਦ ਇੰਜਨ। ਐਫੀਸ਼ੀਐਂਸੀ ਦੀ ਗੱਲ ਕਰ ਰਿਹਾ ਕਿ ਐਫੀਸ਼ੀਐਂਸੀ ਦਾ ਫਾਰਮੂਲਾ ਕੀ ਹੁੰਦਾ ਕਿ ਜਿੰਨੀ ਹੀਟ ਅਸੀਂ ਸਪਲਾਈ ਕੀਤੀ, ਜੋ ਅਸੀਂ ਇਨਪੁਟ ਦਿੱਤਾ ਔਰ ਜੋ ਅਸੀਂ ਆਊਟਪੁੱਟ ਲਿਆ, ਇਹਨਾਂ ਦੋਨਾਂ ਦੀ ਰੇਸ਼ੀਓ ਜਦੋਂ ਅਸੀਂ ਲੈਂਦੇ ਹਾਂ ਤਾਂ ਉਹ ਸਾਡੀ ਕਹਿਲਾਉਂਦੀ ਹੈ ਐਫੀਸ਼ੀਐਂਸੀ। ਕਿ ਆਊਟਪੁੱਟ ਬਾਏ ਇਨਪੁੱਟ, ਆਊਟਪੁੱਟ ਮਿਲਿਆ ਸਾਨੂੰ ਕੁਝ ਵਰਕ ਐਂਡ ਇਨਪੁੱਟ ਸੀ ਸਾਡਾ ਹੀਟ ਸਪਲਾਈ। ਸੋ ਇਸੇ ਨਾਲ ਹੀ ਮੇਰਾ ਜੋ ਇਹ ਵੀਡੀਓ ਸੀ ਸੈਕਿੰਡ ਲਾਅ ਦੇ ਉੱਤੇ, ਸੈਕਿੰਡ ਲਾਅ ਆਫ ਥਰਮੋਡਾਇਨਮਿਕਸ ਦੇ ਉੱਤੇ, ਉਹ ਕੰਪਲੀਟ ਹੋ ਚੁੱਕਿਆ। ਹੋਪਫੁਲੀ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਲੱਗਿਆ ਹੋਊਗਾ। ਕਿਸੇ ਤਰ੍ਹਾਂ ਦੇ ਕਿਸੇ ਡਾਊਟ ਦੇ ਲਈ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਓਕੇ ਜੀ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ।